ਸੁਬਾਹ ਦੇ ਵੀਡੀਓ ਵੇਖ ਰਹੇ ਸੀ ਅਸੀਂ ਤੁਹਾਨੂੰ ਮੁxtਲਿਫ ਫਸਲਾਂ ਦੇ ਬਾਰੇ, ਮੁxtਲਿਫ ਇਲਾਕਿਆਂ ਦੇ ਬਾਰੇ, ਮੁxtਲਿਫ ਪੌਦਿਆਂ ਦੇ ਬਾਰੇ, ਅਮਰੂਦ ਦੇ ਬਾਰੇ, ਆਪਣਾ ਕਿਨੋ ਦੇ ਬਾਰੇ, ਜਾਪਾਨੀ ਫਲ ਦੇ ਮੁਤਾਲਕ, ਆੜੂ ਦੇ ਮੁਤਾਲਕ ਮੁxtਲਿਫ ਚੀਜ਼ਾਂ ਸਬੂਰ ਸਾਹਿਬ ਦੱਸ ਰਹੇ ਸੀ। ਸ਼ਹਿਦ ਦੀ ਮੱਖੀ ਦੇ ਮੁਤਾਲਕ ਇਹਨਾਂ ਨੇ ਦੱਸਿਆ। ਮਗਰ ਸਭ ਤੋਂ ਵੱਡੀ ਗੱਲ ਇਹ ਵੇ ਕਿ ਇਹਨਾਂ ਨੇ ਜਿਹੜੀ ਗੱਲ ਦੱਸੀ ਕਿ ਇੱਥੇ ਹਰ ਫਸਲ, ਤਕਰੀਬਨ ਹਰ ਪੌਦਾ ਜਿਹੜਾ ਹੈ, ਹਰ ਫਲ ਜਿਹੜਾ ਹੈ ਉਹ ਇਸ ਇਲਾਕੇ 'ਚ ਹੋ ਰਿਹਾ ਹੈ। ਪਰ ਵਜ੍ਹਾ ਕੀ ਹੈ ਕਿ ਸਾਡਾ ਕਿਸਾਨ ਜਿਹੜਾ ਇਹਦੇ ਬਾਵਜੂਦ ਮੁੱਦਤਾਂ ਹੋਈਆਂ ਨੇ ਕਿ ਉਹ ਪਸਤੀ ਚੋਂ, ਗੁਰਬਤ ਚੋਂ, ਜਹਾਲਤ ਚੋਂ ਬਾਹਰ ਨਹੀਂ ਨਿਕਲ ਪਾ ਰਿਹਾ, ਜਦੀਦ ਤਰੀਕਾ ਜ਼ਰਾਤ ਵੱਲ ਨਹੀਂ ਆ ਰਿਹਾ। तो मेरा ख्याल है वे मैं जिस नतीजे ते पहुंचिया होए वे कि हुकूमतां तय करदियां ने कि वो अपने मुल्क दे किसान तो किस लैवल दी पैदावार लै सकदियां ने। अगर ते हुकूमतां किसान दी प्रॉपर एजुकेशन करन, उन्होंने प्रॉपरली सपोर्ट करन, उन्होंने सबसिडी देन, उन्होंने जदीद टैक्नोलॉजी देन, जदीद बीज खाद स्प्रे वगैरह दे उत्ते सहूलतां देन, ट्रैक्टर देन, टैक्नोलॉजी देन हुकूमतां। तो फिर जिमें साढ़े परले पंजाब तुसीं वेख्या है कि फसल साढ़े नालों कई गुना ज़्यादा और किसान खुशहाल हुंदा है। लेकिन जे हुकूमतां किसान नाल सौतीली मां वाला, मतरेई मां वाला सलूक करन तो फिर इंज हुंदा है जिमें अज साढ़े कोल हो रहा है। साढ़े कोल बेहतरीन धरती मौजूद है, अच्छियां फसलां देण वाली और मेहनती किसान मौजूद है। मगर जिहड़ी चीज़ करन दी लोड़ होए वे कि हुकूमती ਜਿਹੜੀਆਂ ਪਾਲਿਸੀਆਂ ਨੇ ਜਾਂ ਜਿਹੜਾ ਹੁਕਮਰਾਨ ਤਬਕਾ ਹੈ ਉਹਨੂੰ ਗੌਰ ਕਰਨ ਦੀ ਲੋੜ ਹੈ ਕਿ ਉਹਨੂੰ ਇਸ ਧਰਤੀ ਨਾਲ ਪਿਆਰ ਹੈ, ਉਹਨੂੰ ਇੱਥੋਂ ਦੇ ਇਨਸਾਨਾਂ ਨਾਲ ਪਿਆਰ ਹੈ ਜਾਂ ਕਿ ਆਪਣਾ ਮੁਨਾਫਾ ਨਾਲ ਗਰਜ਼ ਹੈ ਉਹਨੂੰ। ਅਸੀਂ ਸਮਝਦੇ ਹਾਂ ਕਿ ਸਾਡੇ ਕਿਸਾਨ ਨੂੰ ਬਕਾਇਦਾ ਗੁਰਬਤ ਦੇ ਵਿੱਚ ਧਕੇਲਿਆ ਜਾਂਦਾ ਇਸ ਬਦਨੀਤੀ ਦੇ ਨਾਲ ਕਿ ਉਹ ਆਪਣਾ ਰਕਬਾ ਔਨੇ ਪੌਣੇ ਦਾਮੋਂ ਇਹਨਾਂ ਦੇ ਅੱਗੇ ਵੇਚ ਦੇਵੇ। ਆਪਣੇ ਬੱਚੇ ਕਿਸਾਨਾਂ ਦੇ ਬਾਹਰ ਦੇ ਮੁਲਕਾਂ 'ਚ ਜਾ ਕੇ ਧੱਕੇ ਖਾ ਰਹੇ ਨੇ, ਮਿਹਨਤ ਮਜ਼ਦੂਰੀਆਂ ਕਰਨ ਲਈ ਸ਼ਹਿਰਾਂ 'ਚ ਧੱਕੇ ਖਾ ਰਹੇ ਨੇ, ਜਦੋਂ ਕਿ ਬਿਹਤਰੀਨ ਰਕਬਾ ਜਿਹੜਾ ਹੈ ਇਹ 2 ਵੇਲੇ ਦੀ ਰੋਟੀ ਪੂਰੀ ਨਹੀਂ ਕਰਦਾ। ਨਤੀਜਾ ਕੀ ਹੈ ਕਿ ਕਿਤੇ ਨਾ ਕਿਤੇ ਮਾਲਦਾਰ ਕੋਲ ਇਹ ਕਿਸਾਨਾਂ ਦੇ ਬੱਚੇ ਆਹਿਸਤਾ ਆਹਿਸਤਾ ਆਪਣੀਆਂ ਜ਼ਮੀਨਾਂ ਵੇਚੀ ਜਾ ਰਹੇ ਨੇ, ਜਿਹਦਾ ਦੂਜਾ ਨਤੀਜਾ ਇਹ ਵੇ ਕਿ ਮੁਆਸ਼ਰੇ ਦੇ ਅੰਦਰ ਊਚ ਨੀਚ ਦਾ ਇੱਕ ਵਾਧਾ ਹੋਇਆ ਜਿਹੜਾ ਖਲਾਅ ਸਾਨੂੰ ਨਜ਼ਰ ਆ ਰਿਹਾ ਹੈ। ਇੱਕ ਪਾਸੇ ਜ਼ਮੀਨ ਵੱਧਦੀ ਜਾ ਰਹੀ ਹੈ ਵਡੇਰਿਆਂ ਕੋਲ ਔਰ ਦੂਜੇ ਪਾਸੇ ਕਿਸਾਨਾਂ ਦੀਆਂ ਔਲਾਦਾਂ ਕੋਲੋਂ ਜ਼ਮੀਨ ਖਿਸਕਦੀ ਜਾ ਰਹੀ ਹੈ, ਕਿਉਂਕਿ ਸਿਸਟਮ ਇੰਜ ਦਾ ਬਣਾਇਆ ਗਿਆ ਹੈ ਕਿ ਕਿਸਾਨ ਜ਼ਮੀਨ ਨਾਲ ਜੁੜ ਕੇ ਸਰਵਾਈਵ ਨਾ ਕਰ ਸਕੇ। ਔਰ ਇਹ ਜ਼ੁਲਮ ਹੈ ਇਸ ਮੁਲਕ ਦੇ ਨਾਲ, ਨਾ ਸਿਰਫ ਕਿਸਾਨ ਦੇ ਨਾਲ ਬਲਕਿ ਇੱਥੋਂ ਇਹ ਪੈਦਾਵਾਰ ਜਿਹੜੀ ਹੁੰਦੀ ਸੀ। ਮੈਂ ਇੱਕ ਹੋਰ ਗੱਲ ਵੀ ਕਰਨਾ ਚਾਹਨਾ, ਤੁਹਾਡੇ ਇਲਮ ਵਿੱਚ ਹੋਏਗਾ ਕਿ ਸਾਡੇ ਕੋਲ ਹੁਣ ਇੰਜ ਦਾ ਨਿਜ਼ਾਮ ਲੈ ਕੇ ਆਇਆ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਇਨਵੈਸਟਰ ਜਿਹੜੇ ਨੇ ਉਹਨਾਂ ਨੂੰ ਸਾਡੀਆਂ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਇੱਥੇ ਆ ਕੇ ਕਾਸ਼ਤਕਾਰੀ ਕਰਨ, ਜਿਹੜੇ ਨਾ ਇੱਥੋਂ ਦੇ ਮੌਸਮ ਤੋਂ ਵਾਕਿਫ ਨੇ, ਨਾ ਇੱਥੋਂ ਦੀ ਜ਼ਮੀਨ ਦੀ ਕੈਟੇਗਰੀ ਤੋਂ ਵਾਕਿਫ ਨੇ, ਉਹਦੀ ਸਲਾਹੀਅਤ ਤੋਂ ਵਾਕਿਫ ਨੇ, ਜਿਹੜੇ ਕਦੀ ਉਹ ਨਤੀਜੇ ਨਹੀਂ ਦੇ ਸਕਦੇ। ਮਗਰ ਚੂੰਕਿ ਉਹਨਾਂ ਕੋਲ ਪੈਸਾ ਹੈ, ਉਹਨਾਂ ਕੋਲ ਦੌਲਤ ਹੈ, ਉਹ ਕੀ ਕਰਨਗੇ ਕਿ ਇੱਥੋਂ ਦੇ ਲੋਕਾਂ ਨੂੰ ਮੁਲਾਜ਼ਮ ਰੱਖਣਗੇ ਆਪਣੀਆਂ ਉਹਨਾਂ ਜ਼ਮੀਨਾਂ 'ਤੇ, ਸਾਡੀਆਂ ਮਿਹਨਤਾਂ ਵੀ ਲੁੱਟਣਗੇ ਔਰ ਸਾਡੀ ਜ਼ਮੀਨ ਦੀ ਪੈਦਾਵਾਰ ਨੂੰ ਦੁਨੀਆ ਦੇ ਉਸ ਹਿੱਸੇ 'ਚ ਲਿਜਾ ਕੇ ਵੇਚਣਗੇ ਜਿੱਥੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ, ਜਿਹਦੇ ਫਿਰ 2 ਨਤੀਜੇ ਹੋਣਗੇ। ਇੱਕ ਨਤੀਜਾ ਕਿ ਕਿਸਾਨ ਦੇ ਹੱਥੋਂ ਜ਼ਮੀਨ ਨਿਕਲ ਜਾਏਗੀ ਔਰ ਦੂਜਾ ਨਤੀਜਾ ਕਿ ਸਾਡੀ ਜਿਹੜੀ ਆਵਾਮ ਹੈ ਉਹਦੇ ਕੋਲੋਂ ਸਸਤੀ ਅਜਨਾਸ ਜਿਹੜੀਆਂ ਨੇ ਉਹ ਖੁੱਸ ਜਾਣਗੀਆਂ ਔਰ ਅਜਨਾਸ ਜਾਣਗੀਆਂ ਆਲਮੀ ਮੰਡੀ ਦੇ ਅੰਦਰ ਜਿੱਥੇ ਡਾਲਰਾਂ 'ਚ ਰੇਟ ਮਿਲੇਗਾ। ਨਤੀਜਾ ਤਾਂ ਹਰ 2 ਸੂਰਤਾਂ 'ਚ ਸਾਡੇ ਮੁਲਕ ਔਰ ਆਵਾਮ ਦੀ ਤਬਾਹੀ ਜਿਹੜੀ ਹੈ ਉਹ ਯਕੀਨੀ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਉਪਾਅ ਕੀਤਾ ਜਾਵੇ, ਮਿਹਨਤਕਸ਼ ਤਬਕੇ ਨੂੰ ਜੋੜਿਆ ਜਾਵੇ, ਹੁਕਮਰਾਨ ਵੀ ਹੋਸ਼ ਦੇ ਨਾਖਣ ਲੈਣ, ਕਿਸਾਨ ਨੂੰ ਪ੍ਰਮੋਟ ਕੀਤਾ ਜਾਏ, ਸਪੋਰਟ ਕੀਤਾ ਜਾਏ, ਹਾਊਸਿੰਗ ਸੁਸਾਇਟੀਆਂ ਦੇ ਪਾਬੰਦੀ ਲਾਈ ਜਾਏ, ਵਰਟੀਕਲ ਬਿਲਡਿੰਗਸ ਬਣਾਉਣ ਦਾ ਤਸੱਵਰ ਪੈਦਾ ਕੀਤਾ ਜਾਵੇ ਔਰ ਜ਼ਰਈ ਜ਼ਮੀਨ ਨੂੰ ਸਿਰਫ ਜ਼ਰਾਤ ਦੇ ਇਸਤੇਮਾਲ ਲਈ ਆਉਣ ਵਾਲੀਆਂ ਨਸਲਾਂ ਦੀ ਅਮਾਨਤ ਹੈ ਸਾਡੇ ਕੋਲ ਕੁਦਰਤ ਨੇ ਰੱਖੀ। ਅਸੀਂ ਇਹਨੂੰ ਇੰਜ ਨਾ ਗਵਾਈਏ, ਇਹਦੀ ਐਡੀ ਬੇਕਦਰੀ ਨਾ ਕਰੀਏ ਔਰ ਇਹਦੀ ਨਿੰਦਿਆ ਕਰਨਾ, ਬੇਕਦਰੀ ਕਰਨਾ ਦਰਅਸਲ ਕਿਸਾਨ ਦੇ ਬੱਚਿਆਂ ਦੀ ਕਿਸਮਤ ਨਾਲ ਖੇਡਣ ਦੇ ਬਰਾਬਰ ਹੈ। ਲਿਹਾਜ਼ਾ ਸਾਡੇ ਮੁਲਕ ਦੀ ਤਰੱਕੀ ਦਾ ਰਾਜ਼ ਇਹਦੇ 'ਚ पोशीदा है कि असी अपने किसान को खुशहाल रखिए और ये ज़मीन दे विचों बेहतरीन जिहड़ा कुदरत ने खजाने रखे हुए ने ये इंसानां दी इज्तमाही फलाह दे उत्ते इस्तेमाल करन दे कोई असबाब पैदा किए जान। सबूर साहब तुहाडा बहुत शुक्रिया, तुहाडा भी मेरे साथी बहुत शुक्रिया। मैं
ਨਾਮ ਨਹੀਂ ਅਲੀ ਰਜ਼ਾ ਲੈ ਪਾਇਆ, ਅਲੀ ਰਜ਼ਾ। ਤੁਸੀਂ ਬੜੀ ਕੰਪਨੀ ਦਿੱਤੀ, ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ ਨੇ ਯਕੀਨਨ ਅੱਜ ਤੁਹਾਡੇ ਸ਼ੁਕਰੀਆ। ਕੋਲੋਂ। ਬਿਲ- ਅਲੀ ਰਜ਼ਾ ਟੀਚਿੰਗ ਕਰਦੇ ਨੇ, ਟੀਚਰ ਨੇ, ਯੰਗ ਨੇ। ਇਸ ਮੁਲਕ ਦੇ ਨੌਜਵਾਨ ਜਿਹੜੇ ਨੇ ਜਦੋਂ ਇੰਨਾ ਗੌਰ ਫਿਕਰ ਕਰਨ ਵਾਲੇ ਬਣਨਗੇ ਕਿ ਇਸ ਮੁਲਕ ਦੀ ਬਕਾ ਜਿਹੜੀ ਹੈ ਉਹਨਾਂ ਦੀ ਕਿਆਦਤ ਦੇ ਹੱਥ 'ਚ ਅਗਰ ਇਹ ਕਾਇਦ ਦਾ ਰੋਲ ਅਦਾ ਕਰਨਗੇ, ਯਕੀਨੀ ਤੌਰ ਤੇ ਸਾਡਾ ਮੁਲਕ ਵੀ ਮਹਿਫੂਜ਼ ਹੋਏਗਾ, ਇਨਸ਼ਾਅੱਲਾ। ਸਾਡੀ ਧਰਤੀ ਵੀ ਮਹਿਫੂਜ਼ ਹੋਏਗੀ, ਆਉਣ ਵਾਲੀਆਂ ਨਸਲਾਂ ਵੀ ਮਹਿਫੂਜ਼ ਹੋਣਗੀਆਂ। ਅੱਜ ਦੀ ਇੰਨੀ ਗੱਲਬਾਤ ਦੇ ਨਾਲ ਹੀ ਸਦਾਏ ਮਜ਼ਦੂਰ ਤੁਹਾਡੇ ਕੋਲੋਂ, ਸਦਾਏ ਮਜ਼ਦੂਰ ਦੇ ਚੈਨਲ ਦੇ ਹਵਾਲੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ। ਉਮੀਦ ਹੈ ਅਗਲੇ ਵੀਡੀਓ ਦੇ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਇਹਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਿਉਂਕਿ ਇਹ ਤੁਹਾਡੀਆਂ ਗੱਲਾਂ ਨੇ, ਇਸ ਮੁਲਕ ਦੇ ਮਿਹਨਤਕਸ਼ ਤਬਕੇ ਦੀਆਂ ਗੱਲਾਂ ਨੇ, ਇਸ ਧਰਤੀ ਦੀਆਂ ਗੱਲਾਂ ਨੇ, ਜਿਨ੍ਹਾਂ ਨੂੰ ਕੋਈ ਦੂਸਰਾ ਆ ਕੇ ਫੈਲਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਹ ਅਸਾਂ ਤੁਸਾਂ ਮਿਲ ਕੇ ਕਰਨਾ ਹੈ। ਖੁਦਾ ਹਾਫਿਜ਼। ਅੱਲਾ ਜਿਹੜਾ ਵੀ ਆਉਣ ਵਾਲੇ ਵਕਤ 'ਚ ਉਹ ਤੁਹਾਡਾ ਉਹ ਬਣ ਚੁੱਕਿਆ ਹੈ। ਬੰਦੇ ਨੂੰ ਵੈਸੇ ਹੀ ਜ਼ਰੂਰ ਆ ਜਾਂਦਾ ਬੰਦਾ ਬੋਲ ਰਿਹਾ ਇਹ ਮਰਵਾ ਹੈ ਇਰਫਾਨ ਸਾਹਿਬ ਜੀ ਤੇ ਉਤੋਂ ਕੱਟਿਆ ਗਿਆ, ਦੁਬਾਰਾ ਅਗਲੇ ਸਾਲ ਵਾਸਤੇ ਫਿਰ ਤਿਆਰ ਹੋ ਜਾਏਗਾ। ਠੀਕ ਹੈ। ਸਾਲਾਂ ਨਿਕਲਣਗੀਆਂ, ਲੋਕ ਜ਼ਿਆਦਾ ਗੁਲਦਸਤੇ ਦੇ ਵਿੱਚ ਇਸਤੇਮਾਲ ਕਰਦੇ ਨੇ, ਫੰਕਸ਼ਨ ਤੇ ਜਿਹੜਾ ਅਰੇਂਜ ਹੁੰਦੇ ਨੇ ਠੀਕ ਉਹਨਾਂ ਹੈ। ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਿੰਬੂ ਪੌਦੇ ਤਿਆਰ ਖੜੇ ਨੇ 2 ਸਾਲ ਦੇ, ਨਿੰਬੂ ਲੱਗੇ ਮੌਜੂਦ ਨੇ, ਦੇਖ ਰਹੇ ਹੋ ਤੁਸੀਂ, ਇਹ ਦੇਖੋ ਨਾ, ਹਾਂ। ਬਿਲਕੁਲ ਪੌਦੇ ਤਿਆਰ ਨੇ। ਇਹਨੂੰ ਕਿਤੇ ਵੀ ਜਾ ਕੇ ਬਿਲਕੁਲ ਚਾਈਨੀਜ਼ ਅੱਛਾ ਤੇ ਚਾਈਨੀਜ਼ ਜਿਹੜੇ ਦੇਸੀ ਉਹਨਾਂ ਦਾ ਕੀ ਫਰਕ ਕੀ ਹੁੰਦਾ ਤੇ ਇਹਨਾਂ ਦੀ ਮਕਦਾਰ ਉਹਦੇ ਵਿੱਚੋਂ ਪਿੱਛੇ ਨਿੰਬੂ ਹੈਗੇ ਸਨ ਆਪਣੇ ਕੋਲ, 2-3 ਕਿਸਮ ਦੀਆਂ ਵੈਰਾਈਟੀਆਂ ਹੈਗੀਆਂ ਸਨ। ਸੀਡਲੈਸ ਵੀ ਹੈ ਸੀ, ਦੂਸਰਾ ਆਪਣਾ ਇੱਕ ਪਾਗਲ ਉਹਨੂੰ ਕਹਿੰਦੇ ਨੇ, ਮੋਟਾ ਨਿੰਬੂ ਹੁੰਦਾ, ਇੱਕ ਨਿੰਬੂ ਵੀ ਏਡਾ ਹੁੰਦਾ ਕਿ ਇੱਕ ਜੱਗ ਵਾਸਤੇ ਇੱਕੋ ਹੀ ਕਾਫੀ ਹੈ। ਠੀਕ ਹੈ। ਸੀਡਲੈਸ ਵੀ ਹੁੰਦੇ ਨੇ। ਹਾਂਜੀ, ਇਸ ਧਰਤੀ ਤੇ ਹਰ ਤਰ੍ਹਾਂ ਦੀ ਵੈਰਾਈਟੀ ਕਾਮਯਾਬ ਹੈ। ਜੋ ਮਰਜ਼ੀ ਤੁਸੀਂ ਲਾਓ ਜਨਾਬ, ਜਿਹੜਾ ਅੱਛਾ। ਮਰਜ਼ੀ ਪੌਦਾ ਲੈ ਕੇ ਆਓ, ਇੱਥੇ ਹਰ ਚੀਜ਼ ਕਾਮਯਾਬ। ਵਾਹ। ਬਾਕੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਸਾਡੇ ਕੋਲ ਜਿਹੜਾ ਨਹਿਰੀ ਪਾਣੀ ਦਾ ਨਿਜ਼ਾਮ ਹੈ ਉਹ ਬਿਲਕੁਲ ਇੱਕ ਅਰਸੇ ਤੋਂ ਤੁਹਾਨੂੰ ਵੀ ਪਤਾ, ਤੁਸੀਂ ਵੀ ਜੀਤੋ ਦੇ ਸ਼ਾਮਲ ਰਹੇ ਜੇ, ਅਸੀਂ ਵੀ ਅੱਜ ਵੀ ਜੀਤੋ ਦੇ ਸ਼ਾਮਲ ਹਾਂ, ਕਿ ਸਾਨੂੰ ਜਿਹੜਾ ਨਹਿਰੀ ਪਾਣੀ ਮਿਲਣਾ ਚਾਹੀਦਾ ਉਹ ਸਾਨੂੰ ਨਹੀਂ ਮਿਲ ਰਿਹਾ। ਉਹ ਸਾਡਾ ਪਾਣੀ ਪਿੱਛੇ ਹੀ ਚੋਰੀ ਹੋ ਜਾਂਦਾ। ਉਹ ਜਿੰਨਾ ਸਾਨੂੰ ਪਾਣੀ ਮਿਲਣਾ ਚਾਹੀਦਾ ਸਾਡੇ ਤੱਕ ਪਹੁੰਚ ਨਹੀਂ ਰਿਹਾ। ਸਹੀ ਹੈ। ਸਾਡਾ ਆਪਣੇ ਪਿੰਡ ਦੇ ਅਗਲੀ ਸਾਈਡ ਤੇ ਰਕਬੇ ਨੇ, ਉੱਥੇ ਵੀ ਤੁਸੀਂ ਵੇਖਿਆ ਕਿ ਸਾਡੇ ਪਾਣੀ ਦੀ ਵਜ੍ਹਾ ਤੋਂ ਅਸੀਂ ਉਹ ਚੀਜ਼ਾਂ ਜਿਹੜੀਆਂ ਉਹ ਫਸਲਾਂ ਅਸੀਂ ਨਹੀਂ ਕਾਸ਼ਤ ਕਰ ਸਕਦੇ। ਬਿਰਾਨੀਆਂ ਫਸਲਾਂ ਹੀ ਕਾਸ਼ਤ ਕਰਨੇ ਆ ਪਾਣੀ ਦੀ ਕਿੱਲਤ ਦੀ ਵਜ੍ਹਾ ਤੋਂ। ਅਗਰ ਸੱਚ ਪਾਣੀ ਸਾਡੇ ਕੋਲ ਮੌਜੂਦ ਹੋਵੇ, ਸਭ ਤੋਂ ਵੱਡੇ ਸਿਸਟਮ ਵਿੱਚ ਖੜੇ ਆ, ਏਸ਼ੀਆ ਦੀ ਸਭ ਤੋਂ ਵੱਡੇ ਨਰਸਰੀ ਪੁਆਇੰਟ ਸਾਡਾ ਹੈ। ਬਿਲਕੁਲ ਸਹੀ ਹੈ। ਸਹੀ ਹੈ। ਲੈਂਡ ਆਫ ਫਲਾਵਰ ਕਿਹਾ ਜਾਂਦਾ ਹੈ ਇਸ ਧਰਤੀ ਨੂੰ, ਵਾਹ। ਜਿੱਥੇ ਖੜੇ ਆ। ਲੇਕਿਨ ਸਿਰਫ ਪਾਣੀ ਦੀ ਵਜ੍ਹਾ ਤੋਂ, ਪਾਣੀ ਦੀ ਕਿੱਲਤ ਦੀ ਵਜ੍ਹਾ ਔਰ ਇਹ ਇੱਕ ਤਰ੍ਹਾਂ ਦਾ ਕੁਫਰਾਨੇ ਨਿਮਤ ਵੀ ਹੋ ਰਿਹਾ ਹੈ। ਬਿਲਕੁਲ ਬਿਲਕੁਲ ਜ਼ਿਆਦਤੀ ਹੋ ਰਹੀ ਹੈ। ਪਤਾ ਕਰ ਲਈਏ ਨਾ, ਵੇਖੋ ਅੰਜੀਰ ਔਰ ਇਹ ਨਹੀਂ ਇੱਥੇ ਹੁੰਦੀ ਹੈ ਸਾਡੇ ਬਹੁਤ ਜ਼ਿਆਦਾ ਜੀ, ਕੋਲ। ਬਹੁਤ ਕਾਮਯਾਬ। ਇਹ ਹਲੇ ਵੱਡਾ ਹੋਏਗਾ, ਇਹ ਤੇ ਬਹੁਤ ਵੱਡਾ ਪੌਦਾ ਹੋਣਾ ਹੈ। ਉਦਾਂ ਹੀ ਵੱਡਾ ਹਾਂ, ਹੋਏਗਾ। ਇਹਦਾ ਮੇਰਾ ਖਿਆਲ ਮੁੱਢ ਤਗੜਾ ਹੈ ਥੱਲਿਓਂ, ਇਹ ਉਤੋਂ ਵੱਢਿਆ ਸੀ ਕਿਸੇ ਨੇ ਤੇ ਫੁੱਟਿਆ ਹੈ। ਥੱਲੇ ਉਤੋਂ ਵੱਢਿਆ ਗਿਆ ਥੱਲੇ ਫਿਰ ਜਨਾਬ। ਹਾਂ ਦੇਖੋ ਨਾ, ਤਾਂ ਹੀ ਇਹਨੂੰ, ਵਰਨਾ ਤੇ ਥੋੜਾ ਜਿਹਾ ਵੱਡਾ ਹੁੰਦਾ ਤੇ ਫਿਰ ਫਲ ਤੇ ਆਉਂਦਾ ਹੈ। ਇਹ ਚਾਈਨਾ ਦਾ ਨਿੰਬੂ ਹੈ। ਚਾਈਨਾ ਵੀ ਜ਼ਿੰਦਾਬਾਦ ਹੈ। ਬਾਕੀ ਉਹਨੇ ਪਤਾ ਇਹ ਚੁਣੀਆਂ ਰੋਡ ਹੈ। ਹਾਂਜੀ, ਅਭੀ ਬਾਬਾ ਤੋਂ ਇਹ ਚੁਣੀਆਂ ਰੋਡ ਹੈ। ਇਹ ਉਹ ਰੋਡ ਹੈ ਜਿਹੜਾ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਅਸਲ ਮੁਲਤਾਨ ਰੋਡ ਇਹੋ ਹੀ ਹੈ। ਅੱਛਾ। ਜਿੱਥੇ ਅਸੀਂ ਖੜੇ ਆ, ਪਹਿਲੇ ਇੱਥੇ ਚੱਲਦੀ ਸੀ। ਜਿਹੜਾ ਬਾਗ ਦਾ ਨਿਜ਼ਾਮ ਸੀ, ਜਿਹੜਾ ਉਹਦੀ ਸਰਾਵਾਂ ਬਣਾਈਆਂ ਸਨ, ਜਿਹੜੇ ਉਹਨੇ 10-10 ਉਹ ਤੇ ਜ਼ਮੀਨ 12-14 ਕਿਲੋਮੀਟਰ ਤੇ ਉਹਨੇ ਸਰਾਵਾਂ ਬਣਾਈਆਂ ਸਨ, ਉੱਥੇ ਪਾਣੀ ਦਾ ਨਿਜ਼ਾਮ ਬਣਾਇਆ ਸੀ। ਉਹ ਐਸੇ ਰੋਡ ਤੇ ਹੀ ਬਣਾਇਆ ਸੀ। ਇਹੋ ਹੀ ਉਹ ਰੋਡ ਹੈ ਜਿਹੜਾ ਦਿੱਲੀ ਤੱਕ ਜਾਂਦਾ ਸੀ। ਠੀਕ ਹੈ। ਅਸਲ ਮੁਲਤਾਨ ਰੋਡ ਇਹ ਵੇ ਜਿਹੜਾ, ਔਰ ਇਹ ਪਿੰਡ ਪਿੱਛੇ ਸਾਜਵਾਲ, ਇਹ ਰੋਡ ਜਿਹੜਾ ਮੁਲਤਾਨ ਲਿੰਕ ਮੁਲਤਾਨ ਰੋਡ ਹੈ। ਠੀਕ ਹੈ। ਇਹ ਚੂਨੀਆਂ ਜਾ ਰਹੀਆਂ, ਚੂਨੀਆਂ ਤੇ ਕਸੂਰ ਰੋਡ ਇਹ ਜਾ ਰਿਹਾ। ਠੀਕ ਹੈ। ਔਰ ਇਹ ਅਸੀਂ ਢਾਣਾ ਚੱਕ 12 ਦੇ ਆਗਾਜ਼ ਤੇ ਖੜਿਆ ਸਰ। ਠੀਕ ਹੈ। ਢਾਣਾ ਚੱਕ 12 ਨੂੰ ਜਿਹੜਾ ਮਤਲਬ ਉਹਦੇ ਮਸ਼ਰਕ ਦੀ ਜਾਨਬ ਬੂਲਾਗੜ੍ਹ, ਮਗਰਬ ਦੀ ਜਾਨਬ ਜੋਤ ਸਿੰਘ ਵਾਲਾ, ਔਰ ਸ਼ਮਾਲ ਦੀ ਜਾਨਬ ਸਾਜਵਾਲ, ਜਿੱਥੇ ਅਸੀਂ ਖੜੇ ਹਾਂ ਇਸ ਵਕਤ ਦੇ ਵਿੱਚ। ਇਹ ਸਾਡੀਆਂ ਸਰਹੱਦਾਂ ਨੇ। ਜਨੂਬ ਦੀ ਜਾਨਬ ਜਿਹੜਾ ਜ਼ਿਲ੍ਹਾ ਉਕਾੜਾ ਸ਼ੁਰੂ ਹੋ ਜਾਂਦਾ ਸਰ। ਠੀਕ ਹੈ। ਲੰਡਿਆ ਪਿੰਡ ਜਿਹੜਾ ਆਪਣਾ ਪੁਰਿਆਂ ਵਾਲਾ, ਲੰਡਿਆਂ ਵਾਲਾ, ਰੂੜਿਆਂ ਵਾਲਾ, ਜ਼ਿਲ੍ਹਾ ਉਕਾੜਾ ਦੀ 21 ਚੱਕ, 22 ਚੱਕ ਵਗੈਰਾ। ਠੀਕ ਹੈ।
ਔਰ ਇਹ ਜਿਹੜਾ ਰੋਡ ਹੈ ਇਹ ਅਸਲ ਰੋਡ ਹੈ ਜਿਹਨੂੰ ਮੁਲਤਾਨੀ ਕਿਹਾ ਜਾਂਦਾ ਸੀ, ਜਿਹੜਾ ਸ਼ੇਰ ਸ਼ਾਹ ਇਹਨੂੰ ਮੁਲਤਾਨੀ ਸੜਕ ਜੀ ਆਖਦੇ ਸੀ। ਮੁਲਤਾਨੀ ਸੜਕ ਹੈ। ਠੀਕ ਹੈ। ਔਰ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ ਇਹ ਰੋਡ, ਔਰ ਉਹਨੇ 10-15 ਕਿਲੋਮੀਟਰ ਦੇ ਆਪਣਾ ਕੁਵੇਂ ਬਣਾਏ, ਸਹਿਰਾਵਾਂ ਬਣਾਈਆਂ ਰਹਿਣ ਦੇ ਵਾਸਤੇ, ਪੀਣ ਵਾਸਤੇ ਪਾਣੀ ਵਾਸਤੇ ਕੁਵੇਂ। ਅੱਜ ਵੀ ਇੱਥੋਂ 2 ਕਿਲੋਮੀਟਰ ਅੱਗੇ ਉਹ ਪੁਰਾਣਾ ਖੂਹਾਂ ਜਿਹੜਾ ਨਾ ਜਿਹਨੂੰ ਡਲ ਡੁਲ ਕਿਹਾ ਜਾਂਦਾ ਮੌਜੂਦ ਹੈ, ਹਾਂ, ਜਿਹਨੂੰ ਉਸ ਜ਼ਬਾਨ ਸ਼ਾਇਦ ਵਾਂ ਆਖਦੇ ਸੀ। ਸਹਿਰਾ ਵਾਂ ਰਾਧਾ ਰਾਮ ਜਿਹੜਾ ਨਾਮ ਹੈ। ਰਾਧਾ ਰਾਮ ਤੇ ਉਹਦੇ ਬੰਦੇ ਦੇ ਨਾਂ ਤੋਂ ਕਹਿੰਦੇ ਵਾਂ ਵਾਂ ਕੁਵੇਂ ਨੂੰ ਆਖਦੇ ਸੀ ਗੱਲ ਬਣ। ਔਰ ਬਿਲਕੁਲ ਇਹ ਸੜਕ ਦਿੱਲੀ ਤੱਕ ਜਾਂਦੀ ਸੀ, ਇਹ ਰੋਡ ਜਿਹੜਾ ਸੀ। ਠੀਕ ਹੈ, ਹੁਣ ਕਸੂਰ ਜਾ ਕੇ ਰੁਕ ਜਾਂਦੀ ਹੈ। ਜੀ ਪਿੱਛੇ ਟੇਲ ਦੇ ਉੱਤੇ ਖੜੇ ਹੋ ਕੇ ਜ਼ਿਕਰ ਕੀਤਾ ਸੀ ਕਿ ਇਹ ਜਿਹੜਾ ਰਕਬਾ, ਇਹ ਜਿਹੜਾ ਖਾਲਾ ਸੀ, ਇਹ ਖਾਲਾ ਜੋ ਸਿੰਘ ਵਾਲਾ ਨੂੰ ਜਾਂਦਾ ਸੀ। ਉਸ ਵਕਤ ਦੇ ਵਿੱਚ ਇਹ ਪਿੰਡਾਂ ਦਾ ਆਪਣੇ ਜ਼ਾਤੀ ਕਿਸਾਨਾਂ ਦਾ ਇਖਤਲਾਫ ਦੀ ਵਜ੍ਹਾ ਵਿੱਚ ਕਿ ਪਾਣੀ ਸਾਨੂੰ ਜ਼ਿਆਦਾ ਮਿਲ ਜਾਏਗਾ, ਅਸੀਂ ਕੋਸ਼ਿਸ਼ ਕੀਤੀ ਕਿ ਇੱਥੇ ਉਹਨਾਂ ਇਹ ਰਕਬਾ ਜੋ ਸਿੰਘ ਵਾਲਾ ਚੱਕ 13 ਦੀ ਹਦੂਦ ਲੱਗਦੀ ਸੀ, ਉਹਨਾਂ ਨੂੰ ਇੱਥੋਂ ਥੋੜ੍ਹਾ ਜਿਹਾ ਨਹਿਰ ਤੋਂ ਜਗ੍ਹਾ ਮਿਲ ਗਈ ਕਿ ਅਸੀਂ ਆਪਣਾ ਜਿਹੜਾ ਪਾਣੀ ਜਿਹੜਾ ਸਾਡਾ ਸਿਸਟਮ ਹੈ ਅਸੀਂ ਇਹਨੂੰ ਉੱਤੇ ਲੈ ਕੇ ਆਵਾਂਗੇ, ਪਾਣੀ ਸਾਨੂੰ ਜ਼ਿਆਦਾ ਵਾਫਰ ਮਿਲ ਜਾਏਗਾ ਜਾਂ ਪੂਰਾ ਮਿਲ ਜਾਏਗਾ। ਇਸ ਜਗ੍ਹਾ ਤੇ ਚੱਕ ਨੰਬਰ 12 ਢਾਣੇ ਦਾ ਕਿਸਾਨਾਂ ਦਾ ਆਪਸ ਦੇ ਵਿੱਚ ਤਨਾਜ਼ਾ ਖੜਾ ਹੋ ਗਿਆ। ਉਸ ਤਨਾਜ਼ੇ ਦੀ ਸੂਰਤ ਦੇ ਵਿੱਚ ਇੱਕ ਕਤਲ ਵੀ ਹੋ ਗਿਆ, ਇੱਕ ਕਾਤਲ ਮੋਗੇ ਵੀ ਕਿਹਾ ਜਾਂਦਾ ਇਹਨਾਂ ਨੂੰ। ਸਹੀ ਹੈ। ਜਵਾਨ ਮੁੰਡਾ ਸੀ ਜਿਹੜਾ, ਜਵਾਨ ਮੁੰਡਾ ਸੀ, ਬਿਲਕੁਲ ਜਵਾਨ ਬੱਚਾ ਸੀ ਜਿਹੜਾ ਜੀ ਇੱਥੇ ਐਵੇਂ ਹੱਟ ਧਰਮੀ ਸਾਡੇ ਸਿਆਸੀ ਲੋਕਾਂ ਦੀ ਵਜ੍ਹਾ ਤੋਂ ਸਾਡਾ ਉਹ ਕਤਲ ਵੀ ਹੋ ਗਿਆ। ਔਰ ਮੋਗੇ ਅੱਜ ਲੱਗੇ ਨੇ, ਪਾਣੀ ਜਾ ਰਿਹਾ, ਉਹ ਵੀ ਆਬਾਦ ਨੇ ਤੇ ਅਗਲੇ ਵੀ ਆਬਾਦ ਨੇ, ਲੇਕਿਨ ਜਿਹੜਾ ਜਾਨ ਵਾਲਾ ਹੈ ਉਹ ਨਹੀਂ ਹੈ। ਉਹ ਨਹੀਂ ਹੈ। ਸਹੀ ਹੈ।